ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਦੇ ਕਤਲकांड ਦੀ ਤਾਂ ਲਗਾਤਾਰ ਪੁਲਿਸ ਵੱਲੋਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਸੌਰਵ ਮਹਾਕਾਲ ਦਾ ਨਾਮ ਦਾ ਇੱਕ ਵਿਅਕਤੀ ਜਿਹੜਾ ਪੁਲਿਸ ਨੇ ਕਾਬੂ ਕੀਤਾ। ਦੱਸਿਆ ਜਾ ਰਿਹਾ ਕਿ ਉਸਨੇ ਸਿੱਧੂ ਮੂਸੇਵਾਲਾ ਦੇ ਗੋਲੀਆਂ ਚਲਾਉਣ ਦੇ ਵਾਲਿਆਂ ਦੇ ਜਿਹੜੇ ਨਾਮ ਨੇ ਉਹ ਨਸ਼ਰ ਕੀਤੇ ਨੇ। ਮੈਂ ਸਮਝਦਾ ਕਿ ਅਜੇ ਤੱਕ ਤਾਂ ਇਹ ਸਿਰਫ ਤੇ ਸਿਰਫ ਲਕੀਰਾਂ ਨੂੰ ਸੁੱਟੇ ਮਾਰ ਰਹੇ ਨੇ ਜਦੋਂ ਤੱਕ ਅਸਲੀਅਤ ਮਾਮਲੇ ਦੇ ਵਿੱਚ ਸਾਹਮਣੇ ਨਹੀਂ ਆਉਂਦੀ। ਪੂਨੇ ਤੋਂ ਇੱਕ ਗੈਂਗਸਟਰ ਨਾਂ ਦਾ ਬੰਦਾ ਜਿਹਦਾ ਨਾਮ ਹੈਗਾ ਸੌਰਵ ਮਹਾਕਾਲ, ਉਹ ਇਹੋ ਜਿਹਾ ਸੁਲੱਖਣਾ ਪੁੱਤ ਹੈ ਕਿ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਸ਼ਾਮਲ ਹੈ। ਉਹਦੇ ਤੋਂ ਪੁੱਛਗਿੱਛ ਹੋਈ, ਉਹਨੇ ਅੱਗੇ ਦੋ ਨਾਂ ਦੱਸਤੇ। ਕਹਿੰਦਾ ਵੀ ਇੱਕ ਤਾਂ ਕੋਈ ਸੰਤੋਸ਼ ਜਾਦਵ ਹੈ, ਇੱਕ ਨਵਨਾਥ ਸੂਰਿਆਵੰਸ਼ੀ ਹੈ। ਉਹ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਇਹ ਦੋ ਬੰਦੇ ਵਰਤੇ ਗਏ ਨੇ। ਸੰਦੀਪ ਕੇਕੜਾ ਕਿਸੇ ਹੋਰ ਦੀ ਗੱਲ ਕਰਦਾ ਹੈ ਤੇ ਜਿਹੜੇ 15 ਤੱਕ ਪੁਲਿਸ ਰਿਮਾਂਡ ਤੇ ਲਏ ਨੇ 10 ਕੁ ਬੰਦੇ, ਉਹਨਾਂ ਦੀ ਤਫਤੀਸ਼ ਕਿਸੇ ਹੋਰ ਪਾਸੇ ਨੂੰ ਜਾਂਦੀ ਹੈ। ਤੇ ਜੇ ਸਾਰੇ ਸਾਂਝੇ ਤੌਰ ਦੇ ਉੱਤੇ ਇੱਕੋ ਟਾਰਗੇਟ ਤੇ ਲੱਗੇ ਹੋਏ ਸਨ ਤਾਂ ਜਿੰਨਾ ਮੂੰਹ ਉਨੀਆਂ ਗੱਲਾਂ, ਇਹ ਤਫਤੀਸ਼ਾਂ ਵੱਖਰੀਆਂ ਵੱਖਰੀਆਂ ਕਿਉਂ ਨੇ ਫਿਰ? ਅੱਜ ਸਿੱਧੂ ਮੂਸੇਵਾਲਾ ਦਾ ਜਿਹੜਾ ਜਨਮ ਦਿਨ ਵੀ ਸੀਗਾ, ਜਿਸ ਦੇ ਚੱਲਦੇ ਅੱਜ ਉਹਨਾਂ ਦੀ ਹਵੇਲੀ ਦੇ ਬਾਹਰ ਅਤੇ ਜਿੱਥੇ ਉਹਨਾਂ ਦੀ ਸਮਾਧ ਬਣਾਈ ਗਈ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਤੇ ਉੱਥੇ ਪਾਕਿਸਤਾਨ ਤੋਂ ਵੀ ਜਿਹੜੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਜੋ ਵੀ ਪਹੁੰਚੇ ਨੇ। ਸਿੱਧੂ ਮੂਸੇਵਾਲੇ ਦਾ ਅੱਜ ਜਨਮ ਦਿਨ ਹੈ, ਇਹ 'ਚ ਪੱਕੀ ਗੱਲ ਹੈ ਕਿ ਸਮਰਥਕਾਂ ਨੇ ਉੱਥੇ ਜਾਣਾ ਹੀ ਜਾਣਾ ਸੀ। ਇਹ ਵੀ ਗੱਲ ਪੱਕੀ ਹੈ ਕਿ ਪਾਕਿਸਤਾਨ ਤੋਂ ਕੁਝ ਉਹਦੇ ਫੈਨ ਵੀਜ਼ਾ ਲਵਾ ਕੇ ਆਏ ਨੇ ਤੇ ਉਹ ਵੀ ਉਸ ਸਮਾਧ ਦੇ ਉੱਤੇ ਮੱਥਾ ਟੇਕਣ ਗਏ ਨੇ, ਸ਼ਰਧਾਂਜਲੀ ਦੇਣ ਗਏ ਨੇ ਤੇ ਉਹਦੇ ਪਿੰਡ ਦੇ ਦਰਸ਼ਨ ਕਰਨ ਗਏ ਨੇ ਕਿ ਸਿੱਧੂ ਮੂਸੇਵਾਲਾ ਜਿਹਨੂੰ ਟਿੱਬਿਆਂ ਦਾ ਪੁੱਤ ਕਿਹਾ ਜਾਂਦਾ ਸੀ, ਕਿ ਆਫਟਰ ਆਲ ਉਹ ਕਿਹੜੀ ਖੇਤਰ ਦਾ ਰਹਿਣ ਵਾਲਾ ਸੀ, ਮਾਨਸਾ ਦੇ ਕਿਹਨਾਂ ਖੇਤਰਾਂ ਦੇ ਵਿੱਚੋਂ ਪੈਦਾ ਹੋਇਆ। ਇੱਥੋਂ ਉੱਠ ਕੇ ਉਹਨੇ ਵਿਸ਼ਵ ਪੱਧਰ ਦੇ ਉੱਤੇ ਜੋ ਮਸ਼ਹੂਰੀ ਕੀਤੀ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਹਿਮ ਹੈ। ਔਰ ਉਦੋਂ ਤੱਕ ਮੂਸੇਵਾਲੇ ਦੇ ਘਰਦਿਆਂ ਨੂੰ ਵੀ ਭੋਗ ਦੇ ਉੱਤੇ ਉਹਦੇ ਬਾਪੂ ਬਲਕੌਰ ਸਿੰਘ ਹੋਰਾਂ ਨੇ ਕਹਿ ਦਿੱਤਾ ਸੀ ਕਿ ਆਪਾਂ ਸਰਕਾਰ ਨੂੰ ਸਮਾਂ ਦੇ ਦਈਏ, ਸਮਾਂ ਦੇਣ ਤੋਂ ਬਾਅਦ ਜੇ ਸਰਕਾਰ ਕਿਸੇ ਪਾਸੇ ਨਹੀਂ ਲੱਗੇਗੀ ਉਦੋਂ ਬਾਅਦ ਅਸੀਂ ਫਿਰ ਸੰਘਰਸ਼ ਦਾ ਐਲਾਨ ਮੈਂ ਖੁਦ ਕਰਾਂਗਾ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ, ਤਾਂ ਉਹਨਾਂ ਦੇ ਘਰ ਜਿਹੜੀ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕੋਰਟ ਵੱਲੋਂ ਜਿਹੜਾ ਰਿਮਾਂਡ ਤੇ ਵੀ ਭੇਜਿਆ ਗਿਆ ਤੇ ਉਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਕਿ ਇੱਕ ਹੋਰ ਸਾਬਕਾ ਮੰਤਰੀ ਹੈ ਜਿਹੜਾ ਨਾਮ ਆ ਉਹ ਆਉਂਦਾ ਦਿਖਾਈ ਦੇ ਰਿਹਾ ਜੀ। ਇਹ ਗੱਲ ਹੈਗੀ ਹੈ, ਕੋਈ ਜ਼ਮੀਨ ਹੈ ਅੰਮ੍ਰਿਤਸਰ ਦੇ ਨਾਲ ਸੰਬੰਧਿਤ। ਕਹਿੰਦੇ 10 ਮਾਰਚ ਨੂੰ ਵੋਟਾਂ ਦਾ ਨਤੀਜਾ ਨਿਕਲਿਆ ਤੇ ਸਾਬਕਾ ਪੰਚਾਇਤ ਮੰਤਰੀ ਨੇ ਕੋਈ ਆਦੇਸ਼ ਜਾਰੀ ਕਰਕੇ ਜ਼ਮੀਨ ਵੇਚੀ ਗਈ ਹੈ, ਪੰਚਾਇਤ ਦੀ ਜ਼ਮੀਨ ਹੈ। ਹੁਣ ਪੰਚਾਇਤ ਦੇ ਜਿਹੜੇ ਮੰਤਰੀ ਨੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ। ਸਾਬਕਾ ਪੰਚਾਇਤ ਮੰਤਰੀ ਵਾਲਾ ਮਾਮਲਾ ਨਿਕਲਿਆ, ਉਹਨੂੰ ਸ਼ੱਕ ਦੇ ਦਾਇਰੇ ਵਿੱਚ ਖੜਾ ਕੀਤਾ ਗਿਆ ਹੈ ਤੇ ਕਿਹਾ ਜਾ ਰਿਹਾ ਕਿ ਉਹ ਮਾਮਲੇ ਦੀ ਜਾਂਚ ਕਰਾਈ ਜਾਊਗੀ। ਜੇ ਸਾਬਕਾ ਮੰਤਰੀ ਇਹਦੇ ਵਿੱਚ ਸ਼ਾਮਲ ਹੈ ਉਹਨੂੰ ਵੀ ਪੁੱਛ ਪੜਤਾਲ ਲਈ ਚੌਕਸੀ ਪੁਲਿਸ ਵੱਲੋਂ ਬੁਲਾਇਆ ਜਾ ਸਕਦਾ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਦੀ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਈਆ, ਉਹਨਾਂ ਦਾ ਸਵਾਗਤ ਕਰ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਦੇ ਕਤਲकांड ਦੀ ਤਾਂ ਲਗਾਤਾਰ ਪੁਲਿਸ ਵੱਲੋਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਸੌਰਵ ਮਹਾਕਾਲ ਦਾ ਨਾਮ ਦਾ ਇੱਕ ਵਿਅਕਤੀ ਜਿਹੜਾ ਪੁਲਿਸ ਨੇ ਕਾਬੂ ਕੀਤਾ ਸੀ। ਦੱਸਿਆ ਜਾ ਰਿਹਾ ਕਿ ਉਸਨੇ ਸਿੱਧੂ ਮੂਸੇਵਾਲਾ ਦੇ ਗੋਲੀਆਂ ਚਲਾਉਣ ਦੇ ਵਾਲਿਆਂ ਦੇ ਜਿਹੜੇ ਨਾਮ ਨੇ ਉਹ ਨਸ਼ਰ ਕੀਤੇ ਨੇ ਜੀ। ਭੰਗੂ ਸਾਹਿਬ, ਇਹ ਦਿੱਲੀ ਪੁਲਿਸ ਦਾ ਦਾਅਵਾ ਹੈ। ਮੈਂ ਸਮਝਦਾ ਕਿ ਅਜੇ ਤੱਕ ਤਾਂ ਇਹ ਸਿਰਫ ਤੇ ਸਿਰਫ ਲਕੀਰਾਂ ਨੂੰ ਸੁੱਟੇ ਮਾਰ ਰਹੇ ਨੇ ਜਦੋਂ ਤੱਕ ਅਸਲੀਅਤ ਮਾਮਲੇ ਦੇ ਵਿੱਚ ਸਾਹਮਣੇ ਨਹੀਂ ਆਉਂਦੀ। ਪੂਨੇ ਤੋਂ ਇੱਕ ਗੈਂਗਸਟਰ ਨਾਂ ਦਾ ਬੰਦਾ ਜਿਹਦਾ ਨਾਮ ਹੈਗਾ ਸੌਰਵ ਮਹਾਕਾਲ, ਉਹ ਇਹੋ ਜਿਹਾ ਸੁਲੱਖਣਾ ਪੁੱਤ ਹੈ ਕਿ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਸ਼ਾਮਲ ਹੈ। ਉਹਦੇ ਤੋਂ ਪੁੱਛਗਿੱਛ ਹੋਈ, ਉਹਨੇ ਅੱਗੇ ਦੋ ਨਾਂ ਦੱਸਤੇ। ਕਹਿੰਦਾ ਵੀ ਇੱਕ ਤਾਂ ਕੋਈ ਸੰਤੋਸ਼ ਜਾਦਵ ਹੈ, ਇੱਕ ਨਵਨਾਥ ਸੂਰਿਆਵੰਸ਼ੀ ਹੈ। ਉਹ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਇਹ ਦੋ ਬੰਦੇ ਵਰਤੇ ਗਏ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ। ਸੰਦੀਪ ਕੇਕੜਾ ਕਿਸੇ ਹੋਰ ਦੀ ਗੱਲ ਕਰਦਾ ਹੈ ਤੇ ਜਿਹੜੇ 15 ਤੱਕ ਪੁਲਿਸ ਰਿਮਾਂਡ ਤੇ ਲਏ ਨੇ 10 ਕੁ ਬੰਦੇ, ਉਹਨਾਂ ਦੀ ਤਫਤੀਸ਼ ਕਿਸੇ ਹੋਰ ਪਾਸੇ ਨੂੰ ਜਾਂਦੀ ਹੈ। ਤੇ ਜੇ ਸਾਰੇ ਸਾਂਝੇ ਤੌਰ ਦੇ ਉੱਤੇ ਇੱਕੋ ਟਾਰਗੇਟ ਤੇ ਲੱਗੇ ਹੋਏ ਸਨ ਤਾਂ ਜਿੰਨਾ ਮੂੰਹ ਉਨੀਆਂ ਗੱਲਾਂ, ਇਹ ਤਫਤੀਸ਼ਾਂ ਵੱਖਰੀਆਂ ਵੱਖਰੀਆਂ ਕਿਉਂ ਨੇ ਫਿਰ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਸੋ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ
ਜਿਹੜੀ ਜਾਣਕਾਰੀ ਸਾਰੇ ਥਾਵਾਂ ਤੋਂ ਇਕੱਤਰ ਹੁੰਦੀ ਆ ਰਹੀ ਹੈ, ਇਸ ਜਾਣਕਾਰੀ ਦੇ ਤਹਿਤ ਅਸੀਂ ਕਿੱਥੋਂ ਤੱਕ ਪਹੁੰਚਣਾ ਹੈ, ਉਦੋਂ ਸਾਰੇ ਤੱਥ ਕਲੀਅਰ ਹੋਣਗੇ, ਜਿੱਦੇ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਗਿਆ। ਆਹ ਬੰਦੇ ਸੀ, ਆਹ ਹਥਿਆਰ ਸੀ, ਇਹ ਇਹਨਾਂ ਦਾ ਟਾਰਗੇਟ ਸੀ, ਇਸ ਕਾਰਨ ਕਰਕੇ ਮਾਰਨਾ ਚਾਹੁੰਦੇ ਸੀ। ਕੋਈ ਕਹਿ ਰਿਹਾ ਕਿ ਮਹਾਕਾਲ ਨੂੰ ਪਹਿਲਾਂ ਪਤਾ ਸੀ ਜੀ, ਉਹ ਤਾਂ ਸਿੱਧੂ ਮੂਸੇਵਾਲ ਨੂੰ ਮਾਰ ਦੇਣਾ। ਮਹਾਕਾਲ ਫੜਿਆ ਗਿਆ ਮਹਾਰਾਸ਼ਟਰ 'ਚ, ਪੂਨੇ। ਇਹ ਅਜੇ ਤੱਕ ਲਕੀਰਾਂ ਦੇ ਸੁੱਟੇ ਵੱਜ ਰਹੇ ਨੇ। ਜਦੋਂ ਕੋਈ ਅਸਲੀਅਤ ਗੱਲ ਆਵੇਗੀ, ਅਸੀਂ ਉਸ ਵੇਲੇ ਜਾ ਕੇ ਦੇਖਾਂਗੇ ਕਿ ਜਿਹੜਾ ਕੁਝ ਇਹ ਕਿਹਾ ਜਾ ਰਿਹਾ ਹੈ ਉਹ ਕਿੰਨਾ ਕੁ ਸੱਚ ਹੈ। ਜੀ ਜੀ, ਇਸ ਤੋਂ ਇਲਾਵਾ ਕਿ ਜੇਕਰ ਗੱਲ ਕੀਤੀ ਜਾਵੇ ਸੰਦੀਪ ਕੇਕੜਾ ਦੀ, ਤਾਂ ਪੁਲਿਸ ਵੱਲੋਂ ਜਿਹੜਾ ਹਾਈ ਕੋਰਟ ਵੱਲੋਂ ਜਿਹੜਾ ਉਹਨਾਂ ਦਾ ਰਿਮਾਂਡ ਆ ਉਹਦੇ ਵਿੱਚ ਵਾਧਾ ਕੀਤਾ ਗਿਆ ਜੀ। ਇਕੱਲੇ ਕੇਕੜੇ ਦਾ ਨਹੀਂ ਕੀਤਾ, ਕਈ ਹੋਰਾਂ ਦਾ ਵੀ ਕਰਤਾ ਜੀ। ਉਹਦੇ ਵਿੱਚ ਉਹ 10-12 ਨੇ, ਕੋਈ ਸਰਾਜ ਹੈ, ਫਲਾਨਾ ਢਿਮਕਾ ਜੀ, ਜਿਹੜੇ ਹੈ ਉਹਨਾਂ ਦਾ ਨਾਂ ਲਏ ਗਏ ਨੇ ਕਿ ਇਹਨਾਂ ਦਾ ਇਹਦੇ ਨਾਲ ਤਾਲੁਕਾਤ ਹੈ। ਮਾਨਸਾ ਦੀ ਅਦਾਲਤ 'ਚ ਪੇਸ਼ ਕੀਤੇ ਸੀ, 15 ਤੱਕ ਇਹਨਾਂ ਦਾ 4 ਦਿਨ ਦਾ ਰਿਮਾਂਡ ਦੇਤਾ। ਇਹਨਾਂ 'ਚੋਂ ਹੈਗੇ ਨੇ ਉਹ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ ਜਿਹੜਾ ਉੱਥੋਂ ਦੇਹਰਾਦੂਨ ਤੋਂ ਫੜਿਆ ਸੀ, ਸੁਰਾਜ, ਸਾਰਜ ਮਿੰਟੂ, ਪ੍ਰਭਦੀਪ ਬੱਬੀ, ਚਰਨਜੀਤ ਚੇਤਨ, ਸੰਦੀਪ ਕੇਕੜਾ ਵਗੈਰਾ ਵਗੈਰਾ ਵਗੈਰਾ। ਇਸ ਤੋਂ ਇਲਾਵਾ ਫਰੀਦਕੋਟ ਜੇਲ੍ਹ 'ਚ ਬੰਦ ਮੋਨੂ ਡਾਗਰ, ਪਵਨ ਅਤੇ ਨਸੀਬ ਖਾਨ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ, ਜਿਨ੍ਹਾਂ ਦਾ 15 ਤਰੀਕ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਇਹ ਰਿਮਾਂਡ ਦਿੱਤਾ ਹੈ। ਇਹਨਾਂ ਪਿਛਲੇ ਦਿਨਾਂ ਦੇ ਵਿੱਚੋਂ ਕੀ ਕਾਰਵਾਈ ਹੋਈ ਹੈ ਇਹ ਤਾਂ ਪੁਲਿਸ ਨੇ ਅਦਾਲਤ 'ਚ ਜਾ ਕੇ ਦੱਸਿਆ ਹੋਏਗਾ, ਅਤੇ ਹੁਣ ਅਦਾਲਤ ਤੋਂ ਦੁਬਾਰਾ ਰਿਮਾਂਡ ਕਿਸ ਵਾਸਤੇ ਮੰਗਿਆ ਇਹਦੇ ਬਾਰੇ ਜਿਹੜਾ ਹੈਗਾ ਪੁਲਿਸ ਕਹਿੰਦੇ ਆ ਕਿ ਅਜੇ ਜਾਣਕਾਰੀ ਹੋਰ ਪ੍ਰਾਪਤ ਕਰਨੀ ਹੈ। ਹੁਣ ਤੱਕ ਜਾਣਕਾਰੀ ਕੀ ਹੋਈ ਹੈ ਅਤੇ ਕਿਹੜੀ ਜਾਣਕਾਰੀ ਜਿਹੜੀ ਰਹੇਗੀ ਪ੍ਰਾਪਤ ਕਰਨੀ ਹੈ, ਇਹ ਜਾਣਕਾਰੀ ਪੁਲਿਸ ਨੇ ਹੀ ਅਦਾਲਤ ਦੇ ਵਿੱਚ ਦੱਸਣੀ ਹੈ। ਜੀ, ਅੱਜ ਸਿੱਧੂ ਮੂਸੇਵਾਲਾ ਦਾ ਜਿਹੜਾ ਜਨਮ ਦਿਨ ਵੀ ਸੀਗਾ, ਜਿਸ ਦੇ ਚੱਲਦੇ ਅੱਜ ਉਹਨਾਂ ਦੀ ਹਵੇਲੀ ਦੇ ਬਾਹਰ ਅਤੇ ਜਿੱਥੇ ਉਹਨਾਂ ਦੀ ਸਮਾਧ ਬਣਾਈ ਗਈ ਹੈ, ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ, ਅਤੇ ਉੱਥੇ ਪਾਕਿਸਤਾਨ ਤੋਂ ਵੀ ਜਿਹੜੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਜੀ ਉਹ ਵੀ ਪਹੁੰਚੇ ਨੇ। ਦੇਖੋ, ਜਿਹੜੀ ਉਹਦੀ ਹਵੇਲੀ ਦੇ ਬਾਹਰ ਇੱਕ ਚਬੂਤਰਾ ਬਣਾ ਕੇ, ਥੜਾ ਬਣਾ ਕੇ ਉਹਦੇ ਉੱਤੇ ਉਹਦੀ ਤਸਵੀਰ ਲਾਈ ਗਈ ਹੈ, ਜਿੱਥੇ ਉਹਦੀ ਬਾਕਾਇਦਾ ਯਾਦਗਾਰ ਬਣਾਈ ਜਾਵੇਗੀ। ਸਿੱਧੂ ਮੂਸੇਵਾਲੇ ਦਾ ਅੱਜ ਜਨਮ ਦਿਨ ਹੈ। 29 ਮਈ ਨੂੰ ਉਹ ਇਹ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਅੱਜ ਉਹਦਾ ਜਨਮ ਦਿਨ ਹੈ। ਇਹ 'ਚ ਪੱਕੀ ਗੱਲ ਹੈ ਕਿ ਸਮਰਥਕਾਂ ਨੇ ਉੱਥੇ ਜਾਣਾ ਹੀ ਜਾਣਾ ਸੀ। ਇਹ ਵੀ ਗੱਲ ਪੱਕੀ ਹੈ ਕਿ ਪਾਕਿਸਤਾਨ ਤੋਂ ਕੁਝ ਉਹਦੇ ਫੈਨ ਵੀਜ਼ਾ ਲਵਾ ਕੇ ਆਏ ਨੇ ਤੇ ਉਹ ਵੀ ਉਸ ਸਮਾਧ ਦੇ ਉੱਤੇ ਮੱਥਾ ਟੇਕਣ ਗਏ ਨੇ, ਸ਼ਰਧਾਂਜਲੀ ਦੇਣ ਗਏ ਨੇ ਤੇ ਉਹਦੇ ਪਿੰਡ ਦੇ ਦਰਸ਼ਨ ਕਰਨ ਗਏ ਨੇ ਕਿ ਸਿੱਧੂ ਮੂਸੇਵਾਲਾ ਜਿਹਨੂੰ ਟਿੱਬਿਆਂ ਦਾ ਪੁੱਤ ਕਿਹਾ ਜਾਂਦਾ ਸੀ, ਕਿ ਆਫਟਰ ਆਲ ਉਹ ਕਿਹੜੀ ਖੇਤਰ ਦਾ ਰਹਿਣ ਵਾਲਾ ਸੀ, ਮਾਨਸਾ ਦੇ ਕਿਹਨਾਂ ਖੇਤਰਾਂ ਦੇ ਵਿੱਚੋਂ ਪੈਦਾ ਹੋਇਆ। ਇੱਥੋਂ ਉੱਠ ਕੇ ਉਹਨੇ ਵਿਸ਼ਵ ਪੱਧਰ ਦੇ ਉੱਤੇ ਜੋ ਮਸ਼ਹੂਰੀ ਕੀਤੀ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਹਿਮ ਹੈ। ਔਰ ਉਦੋਂ ਤੱਕ ਮੂਸੇਵਾਲੇ ਦੇ ਘਰਦਿਆਂ ਨੂੰ ਵੀ ਭੋਗ ਦੇ ਉੱਤੇ ਉਹਦੇ ਬਾਪੂ ਬਲਕੌਰ ਸਿੰਘ ਹੋਰਾਂ ਨੇ ਕਹਿ ਦਿੱਤਾ ਸੀ ਕਿ ਆਪਾਂ ਸਰਕਾਰ ਨੂੰ ਸਮਾਂ ਦੇ ਦਈਏ, ਸਮਾਂ ਦੇਣ ਤੋਂ ਬਾਅਦ ਜੇ ਸਰਕਾਰ ਕਿਸੇ ਪਾਸੇ ਨਹੀਂ ਲੱਗੇਗੀ ਉਦੋਂ ਬਾਅਦ ਅਸੀਂ ਫਿਰ ਸੰਘਰਸ਼ ਦਾ ਐਲਾਨ ਮੈਂ ਖੁਦ ਕਰਾਂਗਾ। ਇਸ ਵੇਲੇ ਸਰਕਾਰ ਵਾਸਤੇ ਵੀ ਕਾਫੀ ਦਿਲਚਸਪ ਸਥਿਤੀ ਬਣੀ ਹੋਈ ਹੈ, ਕਿਉਂਕਿ ਸਰਕਾਰ ਲੋਕ ਸਭਾ ਦੀ ਜ਼ਿਮਨੀ ਚੋਣ ਲੜ ਰਹੀ ਹੈ ਸੰਗਰੂਰ ਦੀ। ਇਹਦਾ ਅਸਰ ਉੱਥੇ ਵੀ ਪੈ ਸਕਦਾ ਹੈ। ਨੌਜਵਾਨ ਬੱਚੇ ਕਿਸੇ ਹੋਰ ਪਾਸੇ ਵੀ ਵੋਟ ਪਾ ਸਕਦੇ, ਉਹ ਕਿੱਧਰ ਪਾਉਣਗੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ 5 ਧਿਰਾਂ ਪ੍ਰਮੁੱਖ ਤੌਰ 'ਤੇ ਖੜੀਆਂ ਨੇ। ਬੰਦੀ ਸਿੰਘਾਂ ਦਾ ਮਾਮਲਾ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਇੱਕ ਪੱਤਾ ਖੇਡਿਆ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਬਣਾਇਆ। ਦੂਜੇ ਪਾਸੇ ਜਿਹੜੇ ਆਪਣੇ ਆਪ ਨੂੰ ਸਭ ਤੋਂ ਵੱਡੇ ਬੰਦੀ ਸਿੰਘ ਕਹਿੰਦੇ ਨੇ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਮੌਜੂਦਾ ਸਰਕਾਰ ਨੇ ਸਰਪੰਚ ਗੁਰਪ੍ਰੀਤ ਸਿੰਘ ਘਰਾਚੋ ਨੂੰ ਖੜਾ ਕੀਤਾ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਪੜ੍ਹਿਆ ਲਿਖਿਆ ਤੇ MBA ਕੀਤੀ ਵੀ ਹੈ। ਚੌਥੇ ਪਾਸੇ ਕਾਂਗਰਸ ਵੱਲੋਂ ਖੜਾ ਕੀਤਾ ਗਿਆ ਉੱਥੇ ਇਹ ਗੋਲਡੀ ਹੈ, ਜਿਹੜਾ ਮੁੰਡਾ ਦਲਵੀਰ ਗੋਲਡੀ, ਪਹਿਲਾਂ ਉਹ ਵਿਧਾਨ ਸਭਾ ਦੇ ਵਿੱਚ MLA ਵੀ ਰਿਹਾ ਤੇ ਭਗਵੰਤ ਸਿੰਘ ਮਾਨ ਨੇ ਉਹਨੂੰ ਹਰਾਇਆ। ਇਹ ਪਾਰਟੀਆਂ ਤਾਂ ਪ੍ਰਮੁੱਖ ਤੌਰ ਦੇ ਉੱਤੇ ਖੜੀਆਂ ਨੇ ਤੇ ਅੱਗੇ ਭਾਰਤੀ ਜਨਤਾ ਪਾਰਟੀ ਵੱਲੋਂ ਤਾਜ਼ੇ ਭਾਜਪਾਈ ਬਣੇ ਕੇਵਲ ਸਿੰਘ ਢਿੱਲੋਂ,
ਜਿਹੜੇ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦੀ ਮੁੱਛ ਦੇ ਵਾਲ ਨੇ, ਉਹ ਵੀ ਉੱਥੇ ਖੜੇ ਨੇ। ਇਹ 5 ਧਿਰਾਂ ਤਾਂ ਬਿਲਕੁਲ ਸਪਸ਼ਟ ਤੌਰ ਤੇ ਸਿੱਧੀਆਂ ਖੜੀਆਂ ਨੇ। ਕੁਝ ਉੱਥੇ ਆਜ਼ਾਦ ਤੌਰ ਤੇ ਵੀ ਖੜੇ ਨੇ, 21 ਦੇ ਲਗਭਗ ਦੱਸੇ ਜਾ ਰਹੇ ਨੇ ਉਮੀਦਵਾਰ। ਪਰ ਜਿਹੜਾ ਬਾਕੀ ਤਾਂ ਐਵੇਂ ਖਾਨਾ ਪੂਰਤੀ ਹੈ। ਜਿਹੜੀ ਮੁਕਾਬਲਾ ਹੋਣਾ ਇਹਨਾਂ 5 ਪਾਰਟੀਆਂ ਦੇ ਵਿੱਚ ਹੋਣਾ, ਉਹਨਾਂ 'ਚੋਂ ਕੌਣ ਬਾਜੀ ਮਾਰਦਾ ਹੈ। ਜੇ ਤਾਂ ਅਜੀਤ ਅਖਬਾਰ ਦੀ ਰਿਪੋਰਟ ਤੇ ਵਿਸ਼ਵਾਸ ਕਰ ਲਿਆ ਜਾਵੇ ਕਿ ਸਰਕਾਰ ਦਾ ਅੱਗੇ ਨਾਲੋਂ ਅਕਸ ਘਟ ਗਿਆ, ਆਮ ਤੌਰ ਤੇ ਲੋਕ ਹੁਕਮਰਾਨ ਧਿਰ ਨੂੰ ਜਿਤਾ ਦਿੰਦੇ ਨੇ ਕਿਉਂਕਿ 4 ਕੰਮ ਧੰਦੇ ਹੋ ਜਾਣਗੇ। ਪਰ ਕਈ ਵਾਰੀ ਇਹਦੋਂ ਉਲਟ ਜਦੋਂ ਮਨਪ੍ਰੀਤ ਬਾਦਲ ਪਹਿਲੀ ਵਾਰ ਜਿੱਤਿਆ ਤੇ ਆਦਮਪੁਰ ਤੋਂ ਕਮਲਦੀਪ ਸਿੰਘ ਲਾਲੀ ਹੋਰੀ ਜਿੱਤੇ ਨੇ, ਉਦੋਂ ਵੱਖਰਾ ਵੱਖਰਾ ਸਮਾਂ ਸੀ ਕਿ ਸਰਕਾਰ ਬੇਅੰਤ ਸਿੰਘ ਹੋਰਾਂ ਦੀ, ਜਿੱਤਿਆ ਮਨਪ੍ਰੀਤ ਸਿੰਘ ਬਾਦਲ, ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਤੇ ਜਿੱਤਿਆ ਕਮਲਦੀਪ ਸਿੰਘ ਲਾਲੀ। ਤੇ ਹੁਣ ਵੀ ਇਹ ਨੌਜਵਾਨ ਕਿਹੜੇ ਪਾਸੇ ਨੂੰ ਜਾਂਦਾ ਹੈ? ਕੀ ਨੌਜਵਾਨਾਂ ਦੇ ਉੱਤੇ ਮੂਸੇਵਾਲੇ ਦੀ ਸੋਚ ਭਾਰੂ ਰਹਿੰਦੀ ਹੈ? ਉਹਦਾ ਨੁਕਸਾਨ ਹੁਕਮਰਾਨ ਧਿਰ ਨੂੰ ਹੋ ਸਕਦਾ ਹੈ। ਪਰ ਫਿਰ ਵੀ ਕੌਣ ਉੱਥੇ ਬਾਜੀ ਮਾਰੇਗਾ, ਇਹ ਨਤੀਜਿਆਂ ਤੋਂ ਬਾਅਦ ਪਤਾ ਲੱਗੇਗਾ ਜੀ। ਜੇਕਰ ਗੱਲ ਕੀਤੀ ਜਾਵੇ ਫਰੀਦਕੋਟ ਦੀ, ਤਾਂ ਫਰੀਦਕੋਟ ਦੇ ਵਿੱਚ ਇੱਕ ਵਾਰ ਫਿਰ ਖਾਲਿਸਤਾਨ ਜਿਹੜਾ ਜਿੰਦਾਬਾਦ ਉਹ ਲਿਖਿਆ ਗਿਆ ਜੀ। ਦੇਖੋ ਭੰਗੂ, ਇੱਕ ਤਾਂ ਇਹ ਹੈਗਾ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਕੋਈ ਇੱਕ ਬਸਤੀ ਹੈ ਜਿਹਦੇ ਉੱਤੇ ਖਾਲਿਸਤਾਨ ਦੇ ਝੰਡੇ ਜਿਹੜੇ ਸੀਗੇ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ ਸੀ ਜੀ। ਹੁਣੇ ਕਹਿੰਦੇ ਸੈਸ਼ਨ ਜੱਜ ਦੇ ਕੋਠੀ ਦੇ ਉੱਤੇ ਲੱਗੇ ਨੇ ਤੇ ਫਰੀਦਕੋਟ ਦੇ ਵਿੱਚ ਦੂਜੀ ਵਾਰ ਲੱਗੇ ਨੇ। ਇਹਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਉਹ ਗੁਰਪਤਵੰਤ ਸਿੰਘ ਪੰਨੂ ਹੈ, ਉਹਦਾ ਵੀ ਨਾਂ ਤੇ ਦੂਜੇ ਪਾਸੇ ਵਾਲੇ ਪਾਸੇ ਨੂੰ ਜਾ ਰਿਹਾ ਹੈ। ਜਿਹੜਾ ਉਹਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਫਰੀਦਕੋਟ ਦੇ ਵਿੱਚ ਬਾਜੀਗਰ ਪਾਰਕ ਦੇ ਵਿੱਚ ਲੱਗੇ ਸੀ ਇਹ। ਉੱਥੋਂ ਦੇ ਐਸਐਸਪੀ ਨੇ ਬੀਬੀ ਅਵਨੀਤ ਕੌਰ ਸਿੱਧੂ, ਉਹ ਕਹਿੰਦੇ ਅਸੀਂ ਸਾਰੀ ਜਾਂਚ ਕਰ ਰਹੇ ਹਾਂ। ਮੈਂ ਪਾਰਕ ਵਾਲੀ ਤਾਂ ਗੱਲ ਦੂਜੀ ਕਰਦੇ ਹਾਂ, ਪਰ ਜਿਹੜੇ ਸੈਸ਼ਨ ਜੱਜ ਦੀ ਕੋਠੀ ਦੇ ਕੋਲ ਲੱਗੇ ਨੇ, ਉੱਥੇ ਪੁਲਿਸ ਦਾ ਪਹਿਰਾ ਵੀ ਹੁੰਦਾ ਹੈ ਤੇ ਲਿਖਣ ਨੂੰ ਵੀ ਟਾਈਮ ਲੱਗਦਾ ਹੈ। ਇਹ ਨਾਰਾ ਛੇਤੀ ਨਹੀਂ ਲਿਖ ਦਿੱਤਾ ਹੋਏਗਾ ਤੇ ਟਾਈਮ ਲੱਗਿਆ ਹੋਏਗਾ। ਤੇ ਇਹ ਸਮਾਂ ਕਾਫੀ ਲੱਗਦਾ ਹੈ। ਉੱਥੇ ਨੇੜੇ ਸੀਸੀਟੀਵੀ ਕੈਮਰੇ ਵੀ ਹੋਣਗੇ। ਇਹ ਬੇਖੌਫ ਹੋ ਕੇ ਇਸ ਤਰ੍ਹਾਂ ਲਿਖੀ ਜਾਂਦੇ ਨੇ। ਹਾਲਾਂਕਿ ਖਾਲਿਸਤਾਨ ਦੀ ਮੰਗ ਕਰਨਾ, ਇਸ ਤਰ੍ਹਾਂ ਦਾ ਲਿਖਣਾ, ਸਾਡਾ ਸੁਪਰੀਮ ਕੋਰਟ ਕਹਿ ਚੁੱਕਿਆ ਕਿ ਇਹ ਗੈਰ ਕਾਨੂੰਨੀ ਨਹੀਂ, ਭਾਰਤ ਦੇ ਸੰਵਿਧਾਨ ਦੇ ਦਾਇਰੇ 'ਚ ਆਉਂਦਾ ਹੈ। ਅਗਰ ਕੋਈ ਬੰਦਾ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਇਹਦੀ ਮੰਗ ਕਰਦਾ ਹੈ, ਉਹ ਗੈਰ ਕਾਨੂੰਨੀ ਨਹੀਂ। ਤੇ ਫਿਰ ਇਹਨੂੰ ਬਾਰ-ਬਾਰ ਉਛਾਲਿਆ ਕਿਉਂ ਜਾ ਰਿਹਾ ਹੈ? ਮੌਜੂਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਆਪਣਾ ਜਵਾਬ ਦੇਣਾ ਚਾਹੀਦਾ ਹੈ ਕਿ ਉਹਨਾਂ ਦਾ ਇਸ ਸੰਦਰਭ ਦੇ ਵਿੱਚ ਕੀ ਜਵਾਬ ਹੈ, ਉਹਨਾਂ ਦੀ ਸੋਚ ਕੀ ਹੈ। ਤੇ ਜੇ ਗੈਰ ਕਾਨੂੰਨੀ ਨਹੀਂ ਹੈ ਤੇ ਫਿਰ ਲਿਖੀ ਜਾਵੇ। ਇਹ ਦੇਸ਼ ਦੇ ਵਿੱਚ ਜਿਹੜਾ ਮਾਹੌਲ ਬਣ ਰਿਹਾ ਹੈ, ਧਰਮਾਂ ਦਾ ਮਾਹੌਲ ਤੇ ਦੂਜਾ ਮਾਹੌਲ, ਇਹ ਦੇਸ਼ ਨੂੰ ਹੋਰ ਪਾਸੇ ਵੱਲ ਤੋੜ ਦੇਗਾ। ਇਹਦੇ ਤੋਂ ਬਚਣ ਦੀ ਜ਼ਰੂਰਤ ਹੈ। ਨਾਰਾ ਤਾਂ ਇਹ ਲੱਗਿਆ ਸੀ ਕਿ ਧਰਮ ਅਨੇਕ ਭਾਰਤ ਏਕ, ਪਰ ਜੇ ਅਸੀਂ ਇਸੇ ਤਰ੍ਹਾਂ ਫਿਰਕਿਆਂ ਨੂੰ ਲੜਾਈ ਜਾਵਾਂਗੇ, ਉਹਨਾਂ 'ਚੋਂ ਵੋਟਾਂ ਭਾਲਾਂਗੇ, ਤੇ ਫਿਰ ਜਿਹੜਾ ਰੁਤਬਾ ਭਾਰਤ ਦਾ ਪਹਿਲਾਂ ਸੀ ਉਹ ਪ੍ਰਭਾਵਿਤ ਹੋ ਸਕਦਾ ਹੈ। ਬਿਹਤਰ ਇਹ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਆਪਣੇ ਭਾਰਤ ਨੂੰ ਜੋੜਨ ਤੇ ਉਹਨੂੰ ਵਿਕਾਸ ਵੱਲ ਲਿਜਾਣ ਵਾਲੀ ਪ੍ਰਕਿਰਿਆ ਨੂੰ ਅੱਗੇ ਲੈ ਕੇ ਚੱਲੀਏ, ਨਾ ਕਿ ਜਿਹੜੀਆਂ ਉਹ ਸ਼ਕਤੀਆਂ ਕੰਮ ਕਰ ਰਹੀਆਂ ਨੇ, ਜਿਹੜੀਆਂ ਘੱਟ ਗਿਣਤੀਆਂ ਨੂੰ ਦਬਾ ਕੇ ਵੱਧ ਗਿਣਤੀਆਂ ਨੂੰ ਰਾਜਨੀਤਿਕ ਲਾਹਾ ਦੇਣਾ ਚਾਹੁੰਦੀਆਂ ਨੇ। ਇਹ ਬਾਹਲਾ ਚਿਰ ਚੱਲੇਗਾ ਨਹੀਂ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ, ਤਾਂ ਉਹਨਾਂ ਦੇ ਘਰ ਜਿਹੜੀ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ, ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ
ਕੋਰਟ ਵੱਲੋਂ ਜਿਹੜਾ ਰਿਮਾਂਡ ਤੇ ਵੀ ਭੇਜਿਆ ਗਿਆ ਤੇ ਇਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਕਿ ਇੱਕ ਹੋਰ ਸਾਬਕਾ ਮੰਤਰੀ ਹੈ ਜਿਹੜਾ ਨਾਮ ਆ ਉਹ ਆਉਂਦਾ ਦਿਖਾਈ ਦੇ ਰਿਹਾ ਜੀ। ਇਹ ਗੱਲ ਹੈਗੀ ਆ, ਕੋਈ ਜ਼ਮੀਨ ਹੈ ਅੰਮ੍ਰਿਤਸਰ ਦੇ ਨਾਲ ਸੰਬੰਧਿਤ। ਕਹਿੰਦੇ 10 ਮਾਰਚ ਨੂੰ ਵੋਟਾਂ ਦਾ ਨਤੀਜਾ ਨਿਕਲਿਆ ਤੇ ਸਾਬਕਾ ਪੰਚਾਇਤ ਮੰਤਰੀ ਨੇ ਕੋਈ ਆਦੇਸ਼ ਜਾਰੀ ਕਰਕੇ ਜ਼ਮੀਨ ਵੇਚੀ ਗਈ ਹੈ। ਪੰਚਾਇਤ ਦੀ ਜ਼ਮੀਨ ਹੈ। ਹੁਣ ਪੰਚਾਇਤ ਦੇ ਜਿਹੜੇ ਮੰਤਰੀ ਨੇ, ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ, ਜਿਹੜਾ ਇਹ ਸਾਬਕਾ ਪੰਚਾਇਤ ਮੰਤਰੀ ਵਾਲਾ ਮਾਮਲਾ ਨਿਕਲਿਆ ਹੈ, ਉਹਨੂੰ ਸ਼ੱਕ ਦੇ ਦਾਇਰੇ ਵਿੱਚ ਖੜਾ ਕੀਤਾ ਗਿਆ ਹੈ ਤੇ ਕਿਹਾ ਜਾ ਰਿਹਾ ਕਿ ਉਹ ਮਾਮਲੇ ਦੀ ਜਾਂਚ ਕਰਾਈ ਜਾਊਗੀ। ਜੇ ਸਾਬਕਾ ਮੰਤਰੀ ਇਹਦੇ ਵਿੱਚ ਸ਼ਾਮਲ ਹੈ, ਉਹਨੂੰ ਵੀ ਪੁੱਛ ਪੜਤਾਲ ਲਈ ਚੌਕਸੀ ਪੁਲਿਸ ਵੱਲੋਂ ਬੁਲਾਇਆ ਜਾ ਸਕਦਾ ਹੈ ਜੀ। ਜੇਕਰ ਗੱਲ ਕੀਤੀ ਹੈ ਸਿੱਧੂ ਮੂਸੇਵਾਲਾ ਦੀ, ਤਾਂ ਸਿੱਧੂ ਮੂਸੇਵਾਲਾ ਦੇ ਫੈਨ ਲਗਾਤਾਰ ਜਿਹੜੇ ਉਹਨਾਂ ਦੇ ਨਾਮ ਨੂੰ ਲੈ ਕੇ ਕਈ ਵੱਡੇ ਐਲਾਨ ਕਰ ਰਹੇ ਨੇ ਤੇ ਕਈ ਥਾਵਾਂ ਜਿਹੜੀਆਂ ਯਾਦਗਾਰਾਂ ਵੀ ਬਣਾਈਆਂ ਜਾ ਰਹੀਆਂ ਤੇ ਉੱਥੇ ਹੀ ਦੱਸਿਆ ਜਾ ਰਿਹਾ ਕਿ ਲਾਇਬ੍ਰੇਰੀਆਂ ਬਣਾਉਣ ਦੀ ਵੀ ਜਿਹੜੀ ਗੱਲ ਕੀਤੀ ਜਾ ਰਹੀ ਹੈ। ਇੱਕ ਸਮਾਜ ਸੇਵੀ ਨੇ ਹਰਪ੍ਰੀਤ ਸਿੰਘ ਜੀ, ਗੁਰੂ ਸਾਹਿਬ ਫਿਰੋਜ਼ਪੁਰ ਦੇ ਹਲਕੇ ਦੇ ਵਿੱਚ, ਇਹ ਕਹਿੰਦੇ 5 ਪਿੰਡਾਂ ਦੇ ਵਿੱਚ ਮੂਸੇ ਵਾਲੇ ਦੇ ਨਾਂ ਤੇ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾਊਗੀ। ਉਹਨਾਂ ਲਾਇਬ੍ਰੇਰੀਆਂ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਕੰਮ ਕੀਤੇ ਜਾਣਗੇ। ਇਹਨਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਲੋਕ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਤੇ ਹੋਰ ਯਾਦਗਾਰਾਂ ਵਾਸਤੇ ਅੱਗੇ ਆ ਰਹੇ ਨੇ। ਹਾਲ ਦੀ ਘੜੀ ਅਸੀਂ ਪਹਿਲਾਂ 5 ਪਿੰਡਾਂ ਦੇ ਵਿੱਚ ਇਹਦੀ ਸਥਾਪਨਾ ਕਰ ਦਈਏ, ਬਾਅਦ ਦੇ ਵਿੱਚ ਇਸ ਮਿਸ਼ਨ ਨੂੰ ਦੂਜੇ ਪਿੰਡਾਂ 'ਚ ਵੀ ਲੈ ਕੇ ਜਾਇਆ ਜਾਵੇਗਾ ਤਾਂ ਜੋ ਉਹਦੀ ਸੋਚ ਵੀ ਅੱਗੇ ਤੋਰੀ ਜਾਵੇ ਔਰ ਪੰਜਾਬੀ ਸੱਭਿਆਚਾਰ ਜਿਹੜਾ ਬਹੁਤ ਉੱਚਾ ਰੁਤਬਾ ਰੱਖਦਾ ਹੈ ਔਰ ਪੰਜਾਬੀ ਦੇ ਨਾਲ ਜੋ ਨਿਆਂ ਕੀਤਾ, ਪੰਜਾਬੀ ਦੇ ਨਾਂ ਤੇ ਇਹਨਾਂ ਨੇ ਸੂਬੀ ਵੀ ਬਣਾ ਲਈ, ਪਰ ਪੰਜਾਬੀ ਦੀ ਉਹ ਪ੍ਰਫੁੱਲਤਾ ਨਹੀਂ ਹੋਈ ਜੋ ਹੋਣੀ ਚਾਹੀਦੀ ਸੀ। ਗੁਰੂ ਸਾਹਿਬ ਨੇ ਗੁਰਬਾਣੀ ਵੀ ਗੁਰਮੁਖੀ ਦੇ ਵਿੱਚ ਲਿਖੀ, ਗੁਰੂਆਂ ਦੀ ਬਾਣੀ ਹੈ, ਤੇ ਜਿਨ੍ਹਾਂ ਨੇ ਸਭ ਤੋਂ ਵੱਧ ਰਾਜ ਕੀਤਾ ਉਹਨਾਂ ਨੇ ਇਸ ਗੁਰਬਾਣੀ ਨੂੰ ਪਟਰਾਣੀ ਬਣਾਇਆ, ਨਾ ਦੂਜਿਆਂ ਨੇ ਕੋਈ ਸਾਥ ਦਿੱਤਾ। ਅੱਜ ਵਾਲੇ ਫੇਰ ਉਸੇ ਰਾਹਾਂ ਤੇ ਚੱਲ ਰਹੇ ਨੇ। ਇਹਨਾਂ ਦੇ ਜਿੰਨੇ ਆਰਡਰ ਜਾਰੀ ਹੁੰਦੇ ਨੇ ਸਾਰੇ ਅੰਗਰੇਜ਼ੀ 'ਚ ਹੁੰਦੇ ਨੇ। ਅਸੀਂ ਅੰਗਰੇਜ਼ੀ ਦੇ ਵਿਰੁੱਧ ਨਹੀਂ, ਇਹ ਅੰਤਰਰਾਸ਼ਟਰੀ ਪੱਧਰ ਦੀ ਸੰਪਰਕ ਭਾਸ਼ਾ ਹੈ, ਪਰ ਜਿਹੜੀ ਮਾਂ ਬੋਲੀ ਹੈ, ਬੱਚਾ ਆਪਣੀ ਮਾਤਾ ਦੀ ਗੋਦ ਦੇ ਵਿੱਚ ਦੁੱਧ ਚੁੰਗਦਿਆਂ ਲੋਰੀਆਂ ਲੈਂਦਾ ਸਿੱਖਦਾ ਹੈ, ਉਹਦਾ ਖਿਲਵਾੜ ਕਿਦਾ ਚਿੱਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਪੰਜਾਬੀ ਸੂਬਾ ਬਣਾ ਲਿਆ ਜਾਂ ਸੂਬੀ ਬਣਵਾ ਲਈ, ਪਰ ਕੀ ਪੰਜਾਬੀ ਦੀ ਉਸ ਤੋਂ ਬਾਅਦ ਪ੍ਰਫੁੱਲਤਾ ਕੀਤੀ? ਪੰਜਾਬੀ ਦੇ ਨਾਂ ਤੇ ਪੰਜਾਬੀ ਯੂਨੀਵਰਸਿਟੀ ਹੋਣ ਚਾਹੀ, ਅੱਜ ਉਹਦੀ ਹੋਂਦ ਨੂੰ ਖਤਰਾ ਹੈ। ਤੇ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆ, ਉਹਦੇ ਵਿਦਿਆਰਥੀ ਵੀ ਚਿੰਤਤ ਹੈ, ਕਈ ਪਾਰਟੀਆਂ ਦੇ ਸਿਆਸੀ ਆਗੂ ਵੀ ਚਿੰਤਤ ਹੈ, ਸਾਡੇ ਵਿਦਵਾਨ ਵੀ ਚਿੰਤਤ ਹੈ, ਲੇਖਕ ਵੀ ਚਿੰਤਤ ਹੈ, ਪਰ ਸਰਕਾਰ ਨੂੰ ਚਿੰਤਾ ਹੈ ਨਹੀਂ। ਇਹ ਰਾਜਸੀ ਆਗੂ ਜੇ ਆਪਣੇ ਸਵਾਰਥ ਨੂੰ ਛੱਡ ਕੇ ਪੰਜਾਬ ਦੇ ਸਾਂਝੀਆਂ ਮੰਗਾਂ ਦੇ ਵੱਲ ਧਿਆਨ ਦਿੰਦੇ ਤਾਂ ਅੱਜ ਬਹੁਤ ਕੁਝ ਬਚਾਇਆ ਜਾ ਸਕਦਾ ਸੀ, ਬਚਾਇਆ ਨਹੀਂ ਗਿਆ। ਅਸੀਂ ਪੰਜਾਬੀ ਆਪਣੀ ਮਾਂ ਬੋਲੀ, ਜੇ ਉਹ ਕਹਿੰਦੇ ਆ ਕਿ ਅਸੀਂ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਇਹਨਾਂ ਲਾਇਬ੍ਰੇਰੀਆਂ ਦਾ ਸਹਾਰਾ ਲਵਾਂਗੇ, ਇਹ ਬਹੁਤ ਚੰਗੀ ਗੱਲ ਹੈ। ਜਿਹੜੀ ਗੱਲ ਅੱਜ ਹਰਪ੍ਰੀਤ ਸਿੰਘ ਕਰਦਾ ਹੈ, ਇਹਦੇ ਤੋਂ ਹੁਕਮ ਕਰਦੀ ਪਾਰਟੀ, ਹੁਕਮਰਾਨ, ਵਿਰੋਧੀਆਂ ਤੇ ਹੋਰ ਸਾਰਿਆਂ ਨੂੰ ਸਬਕ ਸਿੱਖਣਾ ਚਾਹੀਦਾ ਹੈ ਔਰ ਇਹਦੇ ਤੇ ਪਹਿਰਾ ਵੀ ਦੇਣ ਦੀ ਜ਼ਰੂਰਤ ਹੈ ਜੀ। ਉਧਰ ਕਿਸਾਨ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਜਿਹੜੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਜੀ। ਇਹ ਕਹਿੰਦੇ ਇੱਕ ਕੋਈ ਨਹਿਰ ਵਿਛਾਈ ਜਾ, ਨਹਿਰ ਦੇ ਵਿੱਚ ਫਰਸ਼ ਪਾਇਆ ਜਾ ਰਿਹਾ ਹੈ, ਕਹਿੰਦੇ ਥੱਲੇ ਤਰਪਾਲ ਵਿਛਾ ਕੇ ਉਹਤੇ ਕੰਕਰੀਟ ਵਿਛਾਤੀ ਠੇਕੇਦਾਰ ਨੇ। ਇਹ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਬ੍ਰਹਮ ਸ਼ੰਕਰ ਜਿੰਪਾ ਦਾ ਘਰ ਘੇਰਿਆ, ਹੁਸ਼ਿਆਰਪੁਰ ਦੇ ਵਿੱਚ ਜਾ ਕੇ
ਪਰ ਕਹਿੰਦੇ ਮੰਤਰੀ ਜੀ ਨੇ ਆ ਕੇ ਵਿਸ਼ਵਾਸ ਦਿਵਾਇਆ ਹੈ ਕਿ ਜਿੰਨਾਂ ਗੱਲਾਂ ਦਾ ਤੁਹਾਨੂੰ ਖਦਸ਼ਾ ਉਹ ਇਸ ਮਾਮਲੇ ਦੇ ਵਿੱਚ ਆਪ ਜਾ ਕੇ ਦੇਖਣਗੇ ਅਤੇ ਬਕਾਇਦਾ ਜਿਹੜੀ ਵੀ ਕੋਈ ਊਨਤਾਈ ਹੋਈ ਉਹਨੂੰ ਦੂਰ ਕਰਾਉਣਗੇ। ਜੋ ਨਿਯਮ ਨੇ ਉਹਦੇ ਮੁਤਾਬਕ ਇਹ ਫਰਸ਼ ਵਗੈਰਾ ਪਵਾਇਆ ਜਾਵੇਗਾ। ਪਤਾ ਲੱਗਿਆ ਕਿ ਧਰਨੇ ਦੇ ਬਾਅਦ ਉਹਨਾਂ ਦੇ ਵਫਦ ਦੇ ਨਾਲ ਮੰਤਰੀ ਹੋਰਾਂ ਦੀ ਇਹ ਗੱਲਬਾਤ ਹੋ ਚੁੱਕੀ ਹੈ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਨਵੇਂ ਬਣੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ, ਤਾਂ ਉਹਨਾਂ ਨੇ ਜਿਹੜਾ ਨਦੀ ਦਾ ਜਿਹੜਾ ਦੌਰਾ ਕੀਤਾ ਜੀ। ਇਹ ਹੈਗੇ ਆ ਗਿੱਦੜ ਪਿੰਡੀ ਦੇ ਕੋਲ, ਜਿੱਥੇ ਇਸ ਨਦੀ ਦੇ ਵਿੱਚ ਜਿਹੜਾ ਡਰੇਨ ਹੈ ਉਹਦੇ ਵਿੱਚ ਕਹਿੰਦੇ ਬਹੁਤ ਵੱਡੀ ਪੱਧਰ ਤੇ ਮਿੱਟੀ ਤੇ ਗਾਰ ਫਸੀ ਹੋਈ ਹੈ। ਤੁਹਾਨੂੰ ਯਾਦ ਹੋਵੇਗਾ ਮੈਂ ਉਦੋਂ ਵੀ ਕਿਹਾ ਸੀ 2019 ਦੇ ਵਿੱਚ ਕਿ ਇਹ ਫਸਲ ਜਿਹੜੀਆਂ ਫਾਈਲਾਂ ਨੇ ਇਹਨਾਂ ਦੀ ਮਿੱਟੀ ਮੌਕੇ ਤੇ ਆ ਕੇ ਲੈਂਦੀ ਹੈ, ਉਦੋਂ ਬਾਅਦ ਇਹ ਫਿਰ ਢੱਕ ਕੇ ਰੱਖ ਦਿੰਦੇ ਨੇ। ਜਿਹੜਾ ਕੁਝ ਇਸ ਤਰ੍ਹਾਂ ਉਂਗਲ ਕਰਕੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਉਦੋਂ ਬਾਅਦ ਬਿਲਕੁਲ ਸੌਂਗੇ। ਤੁਹਾਡੇ ਜ਼ਿਲ੍ਹੇ ਦੇ ਵਿੱਚ ਪਾਤਰਾ 455 ਆਰਡੀ ਹੈ, ਸਾਈਫਨ ਜਿਹੜਾ ਭਾਖੜਾ ਦੇ ਥੱਲੇ ਦੀ ਜਾਂਦਾ ਘੱਗਰ, ਉੱਥੇ ਹਰ ਸਾਲ ਜਾਂਦੇ ਨੇ ਇਹ, ਤੇ ਇਸ ਤਰ੍ਹਾਂ ਉਂਗਲ ਕਰਕੇ ਫੋਟੋ ਖਿਚਾ ਕੇ ਤੁਰੇ ਆਉਂਦੇ ਨੇ ਜੀ। 2019 ਦੇ ਵਿੱਚ ਉੱਥੇ ਕਹਿੰਦੇ 1200 ਕਰੋੜ ਦਾ ਨੁਕਸਾਨ ਹੋਇਆ ਸੀ। ਇਹਦੇ ਵਿੱਚੋਂ 1000 ਕਰੋੜ ਦਾ ਸਿੱਧਾ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਜੀ। ਜੇ ਸਰਕਾਰ ਚਾਹੁੰਦੀ ਹੈ ਸੱਚਮੁੱਚ ਦੁਬਾਰਾ ਇਹ ਨੁਕਸਾਨ ਨਾ ਹੋਵੇ ਤਾਂ ਨਿਸ਼ਾਨਦੇਹੀਆਂ ਕਰੋ। ਐਗਤੀ ਟਾਈਮ ਲੰਘ ਗਿਆ। ਅਸੀਂ ਕਹਿੰਦੇ ਹਾਂ ਕਿ ਅਗਲੀਆਂ ਬਰਸਾਤਾਂ ਤੋਂ ਪਹਿਲਾਂ ਨਿਸ਼ਾਨਦੇਹੀਆਂ ਕਰੋ। ਟੋਬੇ ਕਿੱਥੇ ਸੀ, ਡਰੇਨ ਕਿੱਥੇ ਸੀ, ਜਲ ਦੀਆਂ ਨਿਕਾਸੀਆਂ ਕਿੱਥੇ ਸੀ, ਉਹਨਾਂ ਨੂੰ ਦੱਬਿਆ ਕੀ ਨਹੀਂ ਹੈ। ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਵਿੱਚ ਰਹਿ ਕੇ ਨਾਅਰੇ ਲਾਉਂਦੇ ਫਿਰਦੇ ਨੇ, ਉਹਦੇ ਵਿੱਚ ਕੋਈ ਹੋਵੇ, ਕੋਈ ਮੰਤਰੀ ਹੋਵੇ, ਸੰਤਰੀ ਹੋਵੇ, ਵਿਧਾਇਕ ਹੋਵੇ, ਅਧਿਕਾਰੀ ਹੋਵੇ, ਉਹ ਸਾਰੇ ਦੇ ਸਾਰੇ ਖਿਲਾ ਕੇ ਉਹ ਪੁਰਾਣੀਆਂ ਨਿਕਾਸੀਆਂ ਤੋਰੀਆਂ ਜਾਣ। ਜੇ ਅਸੀਂ ਪੁਰਾਣੀਆਂ ਨਿਕਾਸੀਆਂ ਨਹੀਂ ਤੋਰਾਂਗੇ ਤਾਂ ਬਹੁਤ ਦੇਰ ਹੋ ਜਾਵੇਗੀ। ਇਹ ਨੁਕਸਾਨ ਇੱਦਾਂ ਹੀ ਹੁੰਦੇ ਰਹਿਣਗੇ ਤੇ ਖਜ਼ਾਨਾ ਭਰਿਓ ਜਾਂ ਨਾ ਭਰਿਓ, ਐਸੇ ਤਰ੍ਹਾਂ ਮੁਆਵਜ਼ੇ ਵੰਡੇ ਜਾਣਗੇ। ਮੈਂ ਇੱਕ ਗੱਲ ਕਰਾਂ, ਪਟਿਆਲਾ ਸ਼ਹਿਰ ਦੇ ਵਿੱਚ ਇੱਕ ਪਟਿਆਲਾ ਨੈਗੋਸ਼ੀਏਬਲ ਚੈਨਲ ਹੈ। ਇਹ ਨਾਭਾ ਰੋਡ ਭਾਦਸੋਂ ਤੋਂ ਨਾਭਾ ਰੋਡ ਭਾਖੜਾ ਦੇ ਕੋਲੋਂ ਨਿਕਲਦਾ ਹੈ। ਉਸ ਵੇਲੇ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਹਿਰੀ ਯੋਜਨਾਕਾਰ ਲਿਆਂਦਾ ਸੀ ਇੰਗਲੈਂਡ ਤੋਂ, ਉਹਦਾ ਨਾਂ ਸੀ ਜੈਕਬ। ਉਹਦੇ ਨਾਂ ਤੇ ਅੱਜ ਵੀ ਇੱਕ ਜੈਕਬ ਡਰੇਨ ਹੈ। ਕਹਿੰਦੇ ਪਾਣੀ ਸਪਲਾਈ ਕਰਦਾ ਸੀ ਸ਼ਹਿਰ ਨੂੰ, ਤੇ ਜਿਨ੍ਹਾਂ ਦਿਨਾਂ ਦੇ ਵਿੱਚ ਬਰਸਾਤ ਹੋ ਜਾਂਦੀ ਸੀ ਇਹਦਾ ਪਾਣੀ ਘਟਾ ਦਿੱਤਾ ਜਾਂਦਾ ਸੀ, ਤੇ ਇਹੀ PNC ਬਰਸਾਤੀ ਪਾਣੀ ਨੂੰ ਬਾਹਰ ਕੱਢਦੀ ਸੀ। ਇਹ ਕਿੰਨਿਆਂ ਥਾਵਾਂ ਤੇ ਜਾਂਦਾ ਸੀ, ਅੱਜ ਇਹਨੂੰ ਬੰਦ ਕਰਕੇ ਉਹਦੇ ਤੇ ਦੁਕਾਨਾਂ ਬਣਾ ਲਈਆਂ, ਕਈ ਥਾਵਾਂ ਤੇ ਸੜਕਾਂ ਬਣਾ ਲਈਆਂ। ਤੇ ਜਦੋਂ ਆਉਂਦੀ ਹੈ ਬਰਸਾਤ, ਫਿਰ ਸਰਕਾਰ ਦੋਸ਼ੀ ਹੈ। ਕੋਈ ਸ਼ੱਕ ਨਹੀਂ, ਸਰਕਾਰ ਦੋਸ਼ੀ ਹੈ। ਤੇ ਜਿਹੜੀਆਂ ਅਸੀਂ ਸ਼ੋਰੂਮ ਬਣਾਏ ਨੇ ਉਹਦੇ ਲਈ ਦੋਸ਼ੀ ਕੌਣ ਹੈ? ਮੈਂ ਤਾਂ ਹੀ ਕਹਿ ਰਿਹਾ ਕਿ ਆਹ ਸਰਕਾਰ ਦਾ ਪਹਿਲਾ ਸਾਲ ਹੈ ਤੇ ਨਿਸ਼ਾਨਦੇਹੀਆਂ ਕਰਾ ਕੇ ਅਗਲੇ ਸਾਲ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਕਰਾ ਲਓ। ਤੁਹਾਡੇ ਵਾਸਤੇ ਕਦੇ ਵੀ ਪੰਜਾਬ ਦੇ ਵਿੱਚ ਹੜ੍ਹ ਵਰਗੀ ਸਥਿਤੀ ਨਹੀਂ ਬਣੇਗੀ ਜੀ। ਜੇਕਰ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ, ਤਾਂ ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਲਗਾਤਾਰ ਆਪਣੇ ਪੈਰ ਪਸਾਰਦੀ ਜਾ ਰਹੀ ਹੈ, ਕਿਉਂਕਿ ਕੁਝ ਕਾਂਗਰਸੀ ਵੱਡੇ ਲੀਡਰ ਨੇ ਜਿਹੜੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਤੇ ਢਿੱਲੋਂ ਸਾਹਿਬ ਉੱਥੇ ਹੀ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਵੀ ਕਈ ਲੀਡਰ ਨੇ ਜਿਹੜੇ ਉਹ ਭਾਜਪਾ ਦਾ ਪੱਲਾ ਫੜ ਸਕਦੇ ਨੇ। ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਪੂਰੇ ਆਪਣੀਆਂ ਬਾਹਾਂ ਖਿਲਾਰੀਆਂ ਹੋਈਆਂ ਨੇ। ਉਹਨਾਂ ਦੇ ਜਾਲ ਦੇ ਵਿੱਚ ਕਾਂਗਰਸੀ ਫਸੇ ਜਾ ਰਹੇ, ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਇਹ ਉਹ ਆਗੂ ਜਾ ਰਹੇ ਨੇ ਜਿਨ੍ਹਾਂ ਨੇ ਹਲਵਾ ਮੰਡਾ ਖਾਸਾ ਛਕਿਆ ਪਿਛਲੀ ਸਰਕਾਰ 'ਚ। ਉਦੋਂ ਪਹਿਲਾਂ ਕਈਆਂ ਨੇ ਅਕਾਲੀਆਂ ਵੇਲੇ ਵੀ ਛਕਿਆ। ਉਹਨਾਂ ਨੂੰ ਪਾਲਾ ਮਾਰਿਆ ਜਾ ਰਿਹਾ ਹੈ ਕਿ ਜਿਵੇਂ ਕਾਂਗਰਸੀਆਂ ਦੇ ਉੱਤੇ ਹੁਣ ਸਰਕਾਰ ਨੇ ਸਕੰਜਾ ਕੱਸਿਆ, ਕੱਲ੍ਹ ਨੂੰ ਇਹ ਸਕੰਜਾ ਸਾਡੇ ਵਾਲਿਆਂ ਤੇ ਵੀ ਨਾ ਕੱਸਿਆ ਜਾਵੇ। ਇਸ ਲਈ ਅੰਦਰ ਖਾਤੇ ਚਰਚਾ ਚੱਲ ਰਹੀ ਹੈ ਕਿ ਕਾਂਗਰਸੀ ਅਤੇ ਅਕਾਲੀ ਅਗਲੇ ਸਮੇਂ ਵਿੱਚ
ਭਾਰਤੀ ਜਨਤਾ ਪਾਰਟੀ ਦੇ ਰਾਹ ਤੇ ਚੜ ਸਕਦੇ ਆ। ਜੀ ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਵੱਖੋ ਵੱਖਰੇ ਮੁੱਦੇ ਤੇ ਚਰਚਾ ਕੀਤੀ ਹੈ। ਹੁਣ ਦੇਖਣਾ ਹੋਊਗਾ ਕਿ ਅਕਾਲੀ ਦਲ ਦੇ ਕਿਹੜੇ ਲੀਡਰ ਜਿਹੜੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ, ਤੇ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਜਿਹੜੇ ਅਸਲ ਦੋਸ਼ੀ ਨੇ ਪੁਲਿਸ ਉਹਨਾਂ ਨੂੰ ਕਿੰਨੇ ਸਮੇਂ ਦੇ ਵਿੱਚ ਫੜੇਗੀ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।